ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਕਿਰਪਾ ਦੇ ਸਾਗਰ, ਸਾਡੇ ਜੀਵਨਾਂ ਦੇ ਵਿੱਚ ਆਪਣੀ ਜਿਉਂਦੀ ਆਤਮਾ ਦੇ ਰਾਹੀਂ ਸਾਨੂੰ ਜੀਵੰਤ ਕਰਨ ਵਾਲੇ ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਜਦੋਂ ਅਸੀਂ ਤੇਰੇ ਵਚਨ ਦਾ ਮਨਨ ਕਰਨ ਜਾ ਰਹੇ ਹਾਂ, ਸਾਨੂੰ ਆਪਣੀ ਬੁੱਧ, ਆਪਣੀ ਸਮਝ ਦੇ, ਤਾਂ ਕਿ ਉਸ ਦੇ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਦਿਆਂ ਹੋਇਆਂ ਤੇਰੇ ਨਾਲ ਜਿਉਂਦੀ ਆਸ ਦੇ ਵਿੱਚ ਅੱਗੇ ਵਧਦੇ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ, ਬੋਲਣ ਵਾਲੇ ਨੂੰ ਅਤੇ ਸੁਣਨ ਵਾਲੇ ਨੂੰ ਆਪਣੀ ਤੌਫੀਕ ਦੇ, ਤਾਂ ਕਿ ਤੇਰੀ ਮਹਿਮਾ ਹੋਵੇ। ਇਸ ਵਚਨ ਨੂੰ ਔਰ ਪਰਮੇਸ਼ਰ ਦਾ ਸੁਣਨ ਵਾਲਿਆਂ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰਿਆਂ ਜੀ, ਲਗਾਤਾਰ ਅਸੀਂ ਮਸੀਹ ਦੇ ਨਿਆਂ ਆਸਨ ਦੇ ਬਾਰੇ ਸਿੱਖਦੇ ਆ ਰਹੇ ਹਾਂ ਔਰ ਇਹ ਅਸੀਂ ਇਬਰਾਨੀਆਂ ਦੀ ਪੁਸਤਕ 9 ਅਧਿਆਇ ਉਸ ਦੀ 27 ਆਇਤ ਤੋਂ ਸ਼ੁਰੂ ਕੀਤਾ ਸੀ ਤੇ ਕੱਲ ਅਸੀਂ 6 ਪਾਠ ਇਸ ਦੇ ਪੂਰੇ ਕਰ ਚੁੱਕੇ ਹਾਂ। ਅੱਜ ਅਸੀਂ 7ਵੇਂ ਭਾਗ ਦੇ ਵਿੱਚ ਹਾਂ ਔਰ ਮੈਨੂੰ ਇਸ 6ਵੇਂ ਪਾਠ ਦੇ ਵਿੱਚੋਂ ਜੋ ਮੈਂ ਆਪ ਦੇ ਨਾਲ ਗੱਲਾਂ ਕੀਤੀਆਂ ਸੀ ਉਸ ਦੇ ਵਿੱਚੋਂ ਮੈਨੂੰ ਕੁਝ ਭਾਈ ਭੈਣਾਂ ਦੇ ਮੈਸੇਜ ਆਏ ਆ ਅਤੇ ਫੋਨ ਆਏ ਆ। ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਪਤੀ ਪਤਨੀ ਦੇ ਉੱਤੇ ਵੀ ਸਿੱਖਿਆ ਦਿਓ, ਜਿਸ ਦੇ ਨਾਲ ਅਸੀਂ ਆਪਣੇ ਜੀਵਨਾਂ ਨੂੰ ਪਰਮੇਸ਼ਰ ਦੀ ਪਵਿੱਤਰਤਾਈ ਦੇ ਵਿੱਚ ਜੀਵਨ ਬਤੀਤ ਕਰਦੇ ਹੋਏ ਉਸ ਦੇ ਵਿੱਚ ਪਾਏ ਜਾਈਏ। ਪਿਆਰੇ ਅਜ਼ੀਜ਼, ਮੇਰਾ ਜੋ ਇਹ ਵਿਸ਼ਾ ਮਸੀਹ ਦੇ ਨਿਆਂ ਆਸਨ ਦਾ ਚੱਲ ਰਿਹਾ ਹੈ, ਇਸ ਨੂੰ ਕੰਪਲੀਟ ਹੋਣ ਤੋਂ ਬਾਅਦ ਮੈਂ ਇਸ ਵਿਸ਼ੇ ਦੇ ਉੱਤੇ ਅਧਿਐਨ ਕਰਕੇ ਆਪ ਦੇ ਅੱਗੇ ਰੱਖਾਂਗਾ, ਤਾਂ ਕਿ ਇਹ ਇੱਕ ਗੰਭੀਰ ਵਿਸ਼ਾ ਹੈ ਔਰ ਇਸ ਗੰਭੀਰ ਵਿਸ਼ੇ ਦੇ ਵਿੱਚ ਸਾਨੂੰ ਪਰਮੇਸ਼ਰ ਕੀ ਕਹਿ ਰਿਹਾ ਹੈ ਪਤੀ ਪਤਨੀ ਦੇ ਵਿਖੇ, ਇਸ ਦੇ ਬਾਰੇ ਅਤੇ ਸਾਡੇ ਜੀਵਨ ਦੇ ਵਿੱਚ ਉਸ ਦਾ ਆਦੇਸ਼ ਕੀ ਹੈ ਅਤੇ ਉਹ ਇਸ ਵਰਤਮਾਨ ਸਮੇਂ ਦੇ ਵਿੱਚ ਸਾਡੇ ਕੋਲੋਂ ਕੀ ਚਾਹੁੰਦਾ ਹੈ, ਇਸ ਦੇ ਬਾਰੇ ਅਸੀਂ ਇਸ ਅਧਿਐਨ ਤੋਂ ਬਾਅਦ ਉਸ ਦੇ ਬਾਰੇ ਅਧਿਐਨ ਕਰਾਂਗੇ। ਸੋ ਜੋ ਮੇਰਾ ਪਿਛਲਾ ਸੀ ਉਹ ਇਹ ਸੀ, ਸਾਡੇ ਪਿਆਰ ਦੀ ਕਮੀ। ਇਸ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਵੇਖੀਆਂ ਸੀ, ਪਤਨੀ, ਪਤੀ, ਬੱਚੇ ਅਤੇ ਨੌਕਰ ਅਤੇ ਮਾਲਕ, ਇਹਨਾਂ ਦੇ ਬਾਰੇ ਗੱਲਾਂ ਸਿੱਖੀਆਂ ਸੀ। ਪਰ ਇਹਦੇ ਵਿੱਚ ਮੈਂ ਕੁਝ ਗੱਲਾਂ ਹੋਰ ਸ਼ਾਮਲ ਕਰਨ ਜਾ ਰਿਹਾ ਹਾਂ। ਪ੍ਰਭੂ ਦੇ ਵਚਨ ਦੇ ਨਿਆਂ ਦੇ ਅਨੁਸਾਰ ਬਾਈਬਲ ਦੇ ਵਿੱਚ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਉਸ ਵਿੱਚ ਯਹੋਨਾ ਦੀ ਅੰਜੀਲ ਉਸ ਦਾ 13 ਅਧਿਆਇ ਉਸ ਦੀ 34-35 ਆਇਤ ਦੇ ਉੱਤੇ ਮੈਂ ਆਪ ਦਾ ਧਿਆਨ ਲਿਜਾਣਾ ਚਾਹੁੰਦਾ ਹਾਂ। ਔਰ ਉਸ ਤੋਂ ਪਹਿਲਾਂ ਕਿ ਅਸੀਂ ਇਸ ਦੇ ਉੱਤੇ ਜਾਈਏ, ਮੈਂ ਯਹੋਨਾ 8 ਅਧਿਆਇ ਉਸ ਦੀ 31 ਆਇਤ ਨੂੰ ਵੀ ਆਪ ਦੇ ਸਮਕਸ਼ ਪੜ੍ਹਨਾ ਚਾਹੁੰਦਾ ਹਾਂ, ਜੋ ਨਿਆਂ ਦੇ ਨਾਲ, ਵਿਸ਼ਵਾਸੀ ਦੇ ਨਿਆਂ ਦੇ ਨਾਲ ਜੁੜੀ ਹੋਈ ਇੱਕ ਆਇਤ ਹੈ। ਇੱਥੇ 8 ਦਾ 31 ਵਿੱਚ ਕੁਝ ਇਸ ਤਰ੍ਹਾਂ ਲਿਖਿਆ ਹੋਇਆ ਹੈ, ਕਹਿੰਦਾ, ਤਾਂ ਯਸੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਉਹਦੀ ਪ੍ਰਤੀਤ ਕੀਤੀ ਸੀ ਆਖਿਆ, ਜੇ ਤੁਸੀਂ ਮੇਰੇ ਵਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ, ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਕੀ ਅਸੀਂ ਪਰਮੇਸ਼ਰ ਦੇ ਵਚਨ ਦੇ ਨਾਲ ਪਿਆਰ ਕਰਦੇ? ਕੀ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਪਹਿਲਾ ਸਥਾਨ ਦੇ ਰਹੇ? ਕੀ ਅਸੀਂ ਪਰਮੇਸ਼ਰ ਦੇ ਵਚਨ ਨੂੰ, ਜਿਹੜਾ ਆਗਿਆਕਾਰੀਤਾ ਦੀ ਪ੍ਰਤੀਕ ਦਾ ਚਿੰਨ੍ਹ ਹੈ, ਅਸੀਂ ਉਸ ਨੂੰ ਆਪਣੇ ਜੀਵਨ ਦੇ ਵਿੱਚ ਦੂਸਰਿਆਂ ਦੇ ਪ੍ਰਤੀ ਪ੍ਰਗਟੀਕਰਨ ਕਰ ਰਹੇ? ਜੇ ਇਸ ਤਰ੍ਹਾਂ ਕਰ ਰਹੇ ਹਾਂ ਤਾਂ ਸੱਚਮੁੱਚ ਅਸੀਂ ਪਰਮੇਸ਼ਰ ਦੇ ਪ੍ਰੇਮ ਦੇ ਨਿਆਂ ਦੇ ਵਿੱਚ ਖੜੇ ਹੋਏ ਹਾਂ ਅਤੇ ਸਾਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ। ਜੇ ਅਸੀਂ ਉਸ ਦੇ ਵਿੱਚ ਸਹੀ ਤਰੀਕੇ ਦੇ ਨਾਲ ਨਹੀਂ ਖੜੇ ਹਾਂ, ਜੇ ਅਸੀਂ ਉਸ ਦੇ ਵਿੱਚ ਸਹੀ ਤਰੀਕੇ ਦੇ ਨਾਲ ਨਹੀਂ ਚੱਲ ਰਹੇ ਹਾਂ, ਤਾਂ ਸਾਡੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਪਰਮੇਸ਼ਰ ਦੇ ਵਚਨ ਦੇ ਵਿੱਚ, ਪ੍ਰੇਮ ਦੇ ਵਿੱਚ ਫਿੱਕ ਪੈ ਚੁੱਕੀ ਹੈ। ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਫ਼ ਕਿਹਾ, ਜਿਹੜੇ ਯਹੂਦੀ ਉਹਦੇ ਵੱਲ ਮੁੜ ਆਏ ਸੀ, ਉਹਨਾਂ ਨੂੰ ਸਾਫ਼ ਰੀਤੀ ਨਾਲ ਉਸਨੇ ਕਿਹਾ, ਜਿਨ੍ਹਾਂ ਨੇ ਉਸ ਦੀ ਪ੍ਰੀਤ ਕੀਤੀ, ਆਖਿਆ, ਜੇ ਤੁਸੀਂ ਮੇਰੇ ਵਚਨ ਦੇ ਵਿੱਚ ਖਲੋਤੇ ਹੋ
ਖਲੋਤੇ ਰਹੇ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਯੂ ਆਰ ਮਾਈ ਡਿਸਾਈਪਲ। ਇਹਦਾ ਮਤਲਬ ਸਾਡੇ ਵਿੱਚ ਅਗਰ ਚੇਲੇਪਨ ਦਾ ਪ੍ਰੇਮ ਦੇ ਵਿੱਚ ਕਮੀ ਹੈ, ਚੇਲੇਪਨ ਦੇ ਵਿੱਚ ਸਾਡੇ ਪ੍ਰੇਮ ਦੇ ਵਿੱਚ ਕਿਤੇ ਘਟੀ ਹੈ, ਤਾਂ ਅਸੀਂ ਪਰਮੇਸ਼ਰ ਦੇ ਨਿਆਂ ਦੇ ਅੱਗੇ ਖੜੇ ਹੋਏ ਹਾਂ। ਮਸੀਹ ਦੇ ਨਿਆਂ ਦੇ ਅੱਗੇ। ਵਿਸ਼ਵਾਸੀ ਦਾ ਨਿਆਂ ਹੀ ਮਸੀਹ ਨੇ ਕਰਨਾ ਹੈ। ਕਈ ਵਾਰ ਕਲੀਸਿਆ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਗੱਲ ਕਰ ਰਿਹਾ ਹਾਂ, ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਵਿਸ਼ਵਾਸੀਆਂ ਦਾ ਪ੍ਰੇਮ ਘਟ ਗਿਆ ਹੈ। ਕਿਵੇਂ ਘਟ ਗਿਆ? ਕਰੋਨਾ ਮਹਾਮਾਰੀ ਫੈਲੀ ਹੋਈ ਹੈ, ਸਭ ਜਗ੍ਹਾ ਫੈਲੀ ਹੋਈ ਹੈ, ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਕਿ ਉਹ ਨਹੀਂ ਹੈ। ਪਰ ਪਰਮੇਸ਼ਵਰ ਨੇ ਕਿਹਾ ਤੁਸੀਂ ਇੱਕ ਦੂਜੇ ਦੇ ਨਾਲ ਮਿਲੋ, ਮੇਰੇ ਪ੍ਰੇਮ ਦੀਆਂ ਗੱਲਾਂ ਕਰੋ। ਤੁਹਾਡੇ ਵਿੱਚ ਇਸ ਸੰਸਾਰ ਦਾ ਜਾਂ ਬਿਮਾਰੀਆਂ ਦਾ ਕਿਸੇ ਚੀਜ਼ ਦਾ ਵੀ ਖੌਫ ਨਹੀਂ ਹੋਣਾ ਚਾਹੀਦਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਯੂ ਆਰ ਮਾਈ ਡਿਸਾਈਪਲ, ਤੁਸੀਂ ਮੇਰੇ ਚੇਲੇ ਹੋ। ਪ੍ਰਭੂ ਯਿਸੂ ਮਸੀਹ ਨੇ ਕਿਹਾ ਆਈ ਐਮ ਯੋਰ ਗॉड, ਮੈਂ ਤੁਹਾਡਾ ਪਰਮੇਸ਼ਰ ਹਾਂ। ਜੇ ਉਹ ਸਾਡਾ ਪਰਮੇਸ਼ਰ ਹੈ ਔਰ ਅਸੀਂ ਉਹਦੇ ਚੇਲੇ ਹਾਂ, ਤਾਂ ਸਾਡਾ ਪਰਮੇਸ਼ਰ ਦੇ ਉਸ ਝੁੰਡ ਦੇ ਵਿੱਚ ਭਾਈਆਂ ਦਾ ਪ੍ਰੇਮ ਕਿੱਥੇ? ਅਸੀਂ ਇਸ ਬਿਮਾਰੀ ਦੇ ਵਿੱਚ ਇੱਕ ਦੂਜੇ ਨੂੰ ਮਿਲਣਾ ਬੰਦ ਕਰ ਦਿੱਤਾ ਹੈ, ਇੱਕ ਦੂਜੇ ਦੇ ਨਾਲ ਗੱਲ ਕਰਨੀ ਅਸੀਂ ਦੂਰੀ ਬਣਾ ਲਈ ਹੈ। ਕਿਉਂ? ਇਹ ਕਿਉਂ ਹੈ? ਮੈਂ ਕਹਿੰਦਾ ਹਾਂ ਸਾਡੇ ਕੋਲ ਪ੍ਰਕੌਸ਼ਨਸ ਹੈ। ਅਸੀਂ ਮਾਸਕ ਬੰਨ੍ਹਦੇ ਹਾਂ, ਅਸੀਂ ਹੱਥ ਸੈਨੀਟਾਈਜ਼ ਕਰਦੇ ਹਾਂ, ਅਸੀਂ ਪੂਰੀ ਤਰ੍ਹਾਂ ਨਾਲ ਆਪਣੇ ਆਪ ਨੂੰ ਲੈਸ ਕਰਕੇ ਜਾਂਦੇ ਹਾਂ। ਜੇ ਅਸੀਂ ਬਾਹਰੋਂ ਆਉਂਦੇ ਹਾਂ ਤਾਂ ਅਸੀਂ ਹੈਂਡ ਵਾਸ਼ ਪੂਰੀ ਤਰ੍ਹਾਂ ਨਾਲ ਕਰਦੇ ਹਾਂ। ਪਰ ਭਾਈਆਂ ਦਾ ਪ੍ਰੇਮ ਕਿੱਥੇ ਹੈ? ਬਾਈਬਲ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਨੇ 70 ਚੇਲਿਆਂ ਨੂੰ ਭੇਜਿਆ ਸੀ, ਉਹਨਾਂ ਨੂੰ ਆਪਣਾ ਅਧਿਕਾਰ ਦਿੱਤੇ ਸੀ, ਤਾਂ ਉਹ ਗਏ, ਉਹਨਾਂ ਨੇ ਕੰਮ ਕੀਤਾ ਤੇ ਮੁੜ ਆਣ ਕੇ ਪ੍ਰਭੂ ਨੂੰ ਕਿਹਾ ਸੀ ਤੇਰੇ ਨਾਮ ਦੇ ਵਿੱਚ ਆਹ ਕੀਤਾ, ਤੇਰੇ ਨਾਮ ਦੇ ਵਿੱਚ ਆਹ ਕੀਤਾ। ਪ੍ਰਭੂ ਨੇ ਕਿਹਾ ਇਸ ਗੱਲ ਤੋਂ ਖੁਸ਼ ਨਾ ਹੋ ਕਿ ਤੁਸੀਂ ਮੇਰੇ ਨਾਮ ਦੇ ਵਿੱਚ ਕੀ ਕੁਝ ਕੀਤਾ, ਪਰ ਇਸ ਗੱਲ ਤੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਜੀਵਨ ਦੀ ਪੁਸਤਕ ਦੇ ਵਿੱਚ ਲਿਖੇ। ਜੀਵਨ ਦੀ ਪੁਸਤਕ ਦੇ ਵਿੱਚ ਕੌਣ ਹੈ? ਜਿਨ੍ਹਾਂ ਨੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕੀਤਾ ਹੈ। ਕਿ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਿੱਦਾਂ ਕੀਤਾ ਹੈ? ਉਸ ਕਲਵਰੀ ਕਰੂਸ ਦੇ ਉੱਤੇ ਪਰਮੇਸ਼ਰ ਦੇ ਪ੍ਰੇਮ ਨੂੰ ਵੇਖ ਕੇ। ਤੇ ਅੱਜ ਸਾਡਾ ਉਹ ਕਲਵਰੀ ਕਰੂਸ ਦੇ ਉੱਤੇ ਜੋ ਮਸੀਹ ਮਰਿਆ ਹੈ, ਜਿਸ ਨੇ ਮੇਰੇ ਪਾਪ ਦੇ ਲਈ ਜਾਨ ਦਿੱਤੀ ਹੈ, ਔਰ ਜਿਸ ਦੇ ਵਿੱਚ ਹੋ ਕੇ ਅਸੀਂ ਇੱਕ ਦੂਸਰੇ ਨੂੰ ਕਹਿੰਦੇ ਹਾਂ ਪ੍ਰੇਜ਼ ਦ ਲਾਰਡ ਬ੍ਰਦਰ, ਪ੍ਰਭੂ ਦੀ ਮਹਿਮਾ ਹੋਵੇ, ਜਿਸ ਦੇ ਵਿੱਚ ਅਸੀਂ ਮਿਲ ਕੇ ਕਹਿੰਦੇ ਜੈ ਮਸੀਹ ਦੀ ਭੈਣ ਜੀ, ਜੈ ਮਸੀਹ ਦੀ ਭਾਜੀ, ਉਹ ਜੈ ਮਸੀਹ ਦੀ ਇੱਕ ਛੋਟੀ ਜਿਹੀ ਗੱਲ ਦੇ ਨਾਲ ਦੂਰ ਹੋ ਗਈ ਹੈ। ਸਾਡਾ ਭਾਈਆਂ ਦਾ ਪ੍ਰੇਮ ਜਿਹੜਾ ਭਰਪਣ ਦਾ, ਬਾਈਬਲ ਦੇ ਵਿੱਚ ਲਿਖਿਆ ਤੁਹਾਡੇ ਵਿੱਚ ਭਾਈਆਂ ਦਾ ਭਰਪਣ ਦਾ ਪ੍ਰੇਮ ਹੋਵੇ, ਗੂੜਾ ਹਿੱਤ ਹੋਵੇ। ਤੇ ਅੱਜ ਉਹ ਗੂੜਾ ਹਿੱਤ ਸਾਨੂੰ ਕਿਤੇ ਅਸੈਂਬਲੀ ਦੇ ਵਿੱਚ, ਕਿਸੇ ਚਰਚ ਦੇ ਵਿੱਚ, ਕਿਸੇ ਦੇ ਕੋਲ ਕਿੱਦਾਂ ਨਜ਼ਰ ਆਉਂਦਾ? ਸੈਲਫਿਸ਼ ਨਜ਼ਰ ਆਉਂਦਾ। ਜੋ ਮੇਰੀ ਮਦਦ ਕਰੇਗਾ ਤਾਂ ਮੇਰਾ ਹੈ, ਜੇ ਮੇਰੀ ਮਦਦ ਨਹੀਂ ਕਰੇਗਾ ਤਾਂ ਮੇਰਾ ਨਹੀਂ ਹੈ। ਅੱਜ ਇਹ ਚੀਜ਼ ਹੋ ਚੁੱਕੀ ਹੈ। ਸਾਡੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ। ਇਸੇ ਕਰਕੇ ਤਾਂ ਪੌਲਸ ਨੇ 3 ਅਧਿਆਏ ਦੇ ਵਿੱਚ ਸਾਫ਼ ਰੀਤੀ ਨਾਲ ਆਖਿਆ, ਪਹਿਲਾ ਕੁਰਿੰਥੀਆਂ, ਕਿ ਮਸੀਹ ਵੰਡ ਗਿਆ। ਅਸੀਂ ਛੋਟੇ ਛੋਟੇ ਝੁੰਡਾਂ ਦੇ ਵਿੱਚ, ਛੋਟੇ ਛੋਟੇ ਗਰੁੱਪਾਂ ਦੇ ਵਿੱਚ ਵੰਡ ਕੇ ਬੈਠ ਗਏ। ਕੋਈ ਕਹਿੰਦਾ ਮੈਂ ਅਮਰੀਕਾ ਦਾ ਹਾਂ, ਕੋਈ ਕਹਿੰਦਾ ਮੈਂ ਕੈਨੇਡਾ ਦਾ ਹਾਂ, ਕੋਈ ਕਹਿੰਦਾ ਮੈਂ ਇੰਗਲੈਂਡ ਦਾ ਹਾਂ, ਕੋਈ ਕਹਿੰਦਾ ਮੈਂ ਇੰਡੀਆ ਦੇ ਵਿੱਚ ਇਸ ਜਗ੍ਹਾ ਦਾ, ਕੋਈ ਕਹਿੰਦਾ ਮੈਂ ਯੂਪੀ ਦਾ, ਕੋਈ ਕਹਿੰਦਾ ਕਿੱਥੇ ਦਾ। ਅਸੀਂ ਗਰੁੱਪ ਬਣਾ ਕੇ ਬੈਠ ਗਏ ਹਾਂ। ਪ੍ਰਭੂ ਦੇ ਲਹੂ ਦੇ ਵਿੱਚ ਤਾਂ ਕੋਈ ਗਰੁੱਪ ਨਹੀਂ ਸੀ। ਪ੍ਰਭੂ ਦੇ ਕਾਲਵਰੀ ਕਰੂਸ ਦੇ ਉੱਤੇ ਮੇਰੇ ਲਈ ਜੋ ਸਹੇ ਗਏ ਤਸੀਹੇ, ਉਹਨਾਂ ਦੇ ਉਸ ਪੀੜਾ ਦੇ ਵਿੱਚ ਕੋਈ ਵੀ ਉਸ ਦਾ ਗਰੁੱਪ ਨਹੀਂ ਸੀ। ਹਾਂ, ਮੈਂ ਯਹੂਦੀਆਂ ਦੇ ਲਈ ਜਾਨ ਦੇ ਰਿਹਾ, ਹਾਂ ਮੈਂ ਜਨੂਨੀਆਂ ਦੇ ਲਈ ਜਾਨ ਦੇ ਰਿਹਾ, ਹਾਂ ਮੈਂ ਆਪਣਾ ਪੰਜਾਬੀ ਦੇ ਲਈ ਜਾਨ ਦੇ ਰਿਹਾ, ਹਾਂ ਮੈਂ ਮਲਿਆਲੀ ਦੇ ਲਈ ਜਾਨ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਮੇਰੇ ਭਾਈ ਅਤੇ ਭੈਣ। ਪਰ ਅੱਜ ਕਲੀਸਿਆ ਦੇ ਵਿੱਚ ਇਸ ਤਰ੍ਹਾਂ ਦਾ ਸਾਡੇ ਵਿੱਚ ਕੀ ਹੈ? ਇੱਕ ਵੰਡਵਾਰਾ ਆ ਗਿਆ, ਵੰਡਤਾ ਆ ਗਈ ਹੈ। ਜੇ ਅਸੀਂ
ਇੱਕ ਸ਼ਹਿਰ ਦੇ ਵਿੱਚ ਕਲੀਸਿਆ ਦੇ ਵਿੱਚ ਮਿਲ ਰਹੇ ਆ, ਹਾਂ ਕੋਈ ਫਲਾਣੇ ਪਿੰਡ ਚ ਆ ਰਿਹਾ, ਫਲਾਣੇ ਪਿੰਡ ਦੇ ਝੁੰਡ ਦੇ ਲੋਕ ਇਕੱਠੇ ਹੋਏ, ਜੇ ਫਲਾਣੇ ਪਿੰਡ ਚ ਆ ਰਿਹਾ ਬਾਈਬਲ ਦੇ ਵਿੱਚ ਲਿਖਿਆ ਐਕਲੀਸਿਆ, ਇੱਕ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ। ਤੇ ਅਸੀਂ ਤਾਂ ਵੰਡ ਕੇ ਬਹਿ ਗਏ ਆ। ਫਿਰ ਸਾਡੇ ਵਿੱਚ ਮਸੀਹ ਯਸੂ ਦਾ ਪ੍ਰੇਮ ਕਿੱਥੇ ਆ? ਉਹ ਤਾਂ ਵੰਡਿਆ ਹੋਇਆ ਪ੍ਰੇਮ ਹੈ। ਜਦੋਂ ਅਸੀਂ ਕਲੀਸਿਆ 'ਚ ਆਉਂਦੇ ਹਾਂ ਤਾਂ ਇੱਕ ਦੂਸਰੇ ਨੂੰ ਮਸੀਹ ਯਸੂ ਦੇ ਵਿੱਚ ਵੇਖਦੇ ਹਾਂ ਅਤੇ ਉਹਦੇ ਵਿੱਚ ਅਸੀਂ ਵੇਖ ਕੇ ਕਹਿੰਦੇ ਹਾਂ ਜੈ ਮਸੀਹ ਦੀ। ਸਾਰੀ ਸਰਵੱਤ ਸ੍ਰਿਸ਼ਟੀ ਦੇ ਮਨੁੱਖਾਂ ਦੇ ਲਈ ਪਰਮੇਸ਼ਵਰ ਦਾ ਇੱਕੋ ਜਿਹਾ ਲਹੂ ਬਹਾਇਆ ਗਿਆ, ਇੱਕੋ ਜਿਹਾ ਪ੍ਰੇਮ ਕੀਤਾ ਗਿਆ, ਇੱਕੋ ਜਿਹੀ ਸੱਚਾਈ ਉਹਨਾਂ ਦੇ ਜੀਵਨ ਦੇ ਵਿੱਚ ਭਰੀ ਗਈ, ਇੱਕੋ ਜਿਹੇ ਪਰਮੇਸ਼ਵਰ ਪੁੱਤਰ ਪ੍ਰਭੂ ਯਸੂ ਮਸੀਹ ਦੇ ਵਿੱਚ ਪਰਮੇਸ਼ਵਰ ਨਾਲ ਮੇਲ ਹੋਇਆ ਹੈ। ਫਿਰ ਅਸੀਂ ਵੰਡੇ ਹੋਏ ਹਾਂ। ਪਰਮੇਸ਼ਵਰ ਨਹੀਂ ਚਾਹੁੰਦਾ ਹੈ ਕਿ ਭਾਈਆਂ ਦੇ ਵਿੱਚ, ਭੈਣਾਂ ਦੇ ਵਿੱਚ, ਕਲੀਸਿਆ ਦੇ ਵਿੱਚ ਪ੍ਰੇਮ ਦੀ ਵੰਡਤਾ ਹੋਵੇ। ਮੈਂ ਤਾਂ ਜੀ ਕਲੀਸਿਆ 'ਚ ਇਸ ਭਾਈ ਨੂੰ, ਇਸ ਭੈਣ ਨੂੰ ਜ਼ਿਆਦਾ ਪਿਆਰ ਕਰਦਾ। ਮੇਰੇ ਪਿਆਰੇ ਅਜ਼ੀਜ਼, ਮਸੀਹ ਨੇ ਖਾਸ ਬੰਦੇ ਨਾਲ ਹੀ ਪਿਆਰ ਕੀਤਾ ਸੀ। ਬਾਈਬਲ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਨੇ ਮਸੀਹ ਯਸੂ ਦੇ ਰਾਹੀਂ ਸਰਵੱਤ ਸ੍ਰਿਸ਼ਟੀ ਦੇ ਨਾਲ ਪਿਆਰ ਕੀਤਾ, ਤੇ ਅਸੀਂ ਤਾਂ ਖਾਸ ਹੀ ਬੰਦਿਆਂ ਨੂੰ ਲੈ ਕੇ ਬਹਿ ਗਏ ਹਾਂ। ਹਾਂ ਮੇਰਾ ਹੈ, ਮੈਂ ਉਹਦੇ ਲਈ ਕੁਝ ਕਰਾਂਗਾ, ਮੈਂ ਉਹਦੇ ਲਈ ਹੀ ਕੁਝ ਕਰਨਾ ਹੈ। ਬਾਈਬਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਪੌਲਸ ਨੇ ਜਿੰਨੇ ਵਾਰ ਵੀ ਆਪਣਾ ਜਿੱਥੇ ਜਿੱਥੇ ਸਮੱਸਿਆ ਆਈ, ਜਿੱਥੇ ਜਿੱਥੇ ਪ੍ਰੋਬਲਮਸ ਆਈ, ਉੱਥੇ ਉੱਥੇ ਜਾ ਕੇ ਉਹਨੇ ਅਲੱਗ-ਅਲੱਗ ਕਲੀਸਿਆਂ ਦੇ ਰਾਹੀਂ ਉਹਨਾਂ ਕਲੀਸਿਆਵਾਂ ਦੇ ਵਿੱਚ ਜਿਨ੍ਹਾਂ ਵਿੱਚ ਕਮਜ਼ੋਰੀ ਸੀ, ਜਿਨ੍ਹਾਂ ਵਿੱਚ ਕਿਸੇ ਚੀਜ਼ ਦੀ ਲੋੜ ਸੀ, ਉਹਨਾਂ ਨੂੰ ਭਾਈਆਂ ਦੇ ਰਾਹੀਂ ਪੂਰਾ ਕੀਤਾ ਹੈ। ਉਹ ਕਲੀਸਿਆ ਦੇ ਰਾਹੀਂ ਪੂਰਾ ਕੀਤਾ ਹੈ। ਉਸ ਦੇ ਵਿੱਚ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਇਸ ਜਗ੍ਹਾ ਤੋਂ ਆ ਜੀ, ਅਸੀਂ ਉਹਦੇ ਲਈ ਆਪਣਾ ਮਦਦ ਕਰ ਰਹੇ। ਮੈਂ ਦੇਖਦਾ ਮੇਰੇ ਜੀਵਨ ਦੇ ਵਿੱਚ, ਪਰ ਯਾਦ ਰੱਖਣਾ, ਜੇ ਅਸੀਂ ਜਾਣਦੇ ਹੋਏ ਵੀ ਕਲੀਸਿਆ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੇਮ, ਮੇਲ ਦਾ ਪ੍ਰੇਮ, ਦੇਣ ਦਾ ਪ੍ਰੇਮ, ਬੋਲਣ ਦਾ ਪ੍ਰੇਮ, ਦੇਖਣ ਦਾ ਪ੍ਰੇਮ ਇੱਕੋ ਜਿਹੇ ਮਸੀਹ ਯਸੂ ਦੇ ਵਿੱਚ ਨਹੀਂ ਕਰਦੇ, ਯੂ ਆਰ ਨੋਟ ਡਿਸਾਈਪਲ, ਤੁਸੀਂ ਪਰਮੇਸ਼ਵਰ ਦੇ ਚੇਲੇ ਨਹੀਂ ਹੋ। ਔਰ ਇਸ ਪ੍ਰੇਮ ਦਾ, ਭਾਈਆਂ ਦੇ ਪ੍ਰੇਮ ਦਾ, ਭਰਾਪਨ ਦੇ ਪ੍ਰੇਮ ਦਾ ਪਰਮੇਸ਼ਵਰ ਨਿਆਂ ਕਰੇਗਾ, ਕਿਉਂਕਿ ਉਹਨੇ ਮੈਨੂੰ ਆਪਣਾ ਪ੍ਰੇਮ ਦਿੱਤਾ ਹੈ, ਕਿਉਂਕਿ ਉਹਨੇ ਮੇਰੇ ਲਈ ਆਪਣਾ ਪ੍ਰੇਮ ਕਾਲਵਰੀ ਕਰੂਸ ਦੇ ਉੱਤੇ ਪ੍ਰਗਟ ਕੀਤਾ ਹੈ। ਇਸ ਦਾ ਨਿਆਂ ਆਪ ਸਭ ਨੂੰ, ਜਿਹੜੇ ਮਸੀਹ ਯਸੂ ਵਿੱਚ, ਮੈਂ ਵੀ ਹਾਂ, ਦੇਣਾ ਪਏਗਾ ਜੇ ਅਸੀਂ ਪੱਖਪਾਤ ਕਰਾਂਗੇ। ਸਾਨੂੰ ਪੱਖਪਾਤ ਦੇ ਨਾਲ ਕਲੀਸਿਆ ਦੇ ਵਿੱਚ ਨਹੀਂ ਮਿਲਣਾ ਚਾਹੀਦਾ। ਤੁਹਾਨੂੰ ਪਤਾ ਹੈ ਬਾਈਬਲ ਦੇ ਵਿੱਚ ਕੀ ਲਿਖਿਆ ਹੈ? ਥੈਸਲੋਨੀਕ ਦੀ ਪੁਸਤਕ ਦੇ ਵਿੱਚ ਪੌਲਸ ਰਸੂਲ ਬਹੁਤ ਅੱਛੀ ਗੱਲ ਕਹਿੰਦਾ ਹੈ। ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ 5 ਅਧਿਆਏ, ਪਹਿਲਾ ਥੈਸਲੋਨੀਕ 5 ਅਧਿਆਏ। ਉਸ ਦੇ ਵਿੱਚ ਉਹ ਕਹਿੰਦਾ ਹੈ, ਹੇ ਪ੍ਰਭੂ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ, ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੂ ਵਿੱਚ ਤੁਹਾਡੇ ਆਗੂ ਹਨ, ਤੁਹਾਨੂੰ ਚਿਤਾਰਦੇ ਹਨ, ਉਹਨਾਂ ਨੂੰ ਮੰਨੋ। ਤੇ ਅਸੀਂ ਉਹਨਾਂ ਦੇ ਵਿਰੁੱਧੀ ਅਸੀਂ ਕੀ ਕਰਦੇ ਹਾਂ? ਉਂਗਲ ਚੱਕਦੇ ਹਾਂ, ਉਹਨਾਂ ਦੇ ਵਿਰੁੱਧੀ ਗੱਲ ਕਰਦੇ ਹਾਂ। ਫਿਰ ਸਾਡਾ ਭਾਈਆਂ ਦਾ ਪ੍ਰੇਮ ਕਿੱਥੇ? ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਮੈਂ ਬੜਾ, ਮੈਂ ਇਹ ਕਹਿੰਦਾ ਕਿ ਹਾਂ ਤੁਸੀਂ ਮੇਰੇ ਮਸੀਹ ਦੇ ਵਿੱਚ ਭਾਈ ਭੈਣ ਹੋ, ਚਾਹੇ ਛੋਟਾ ਹੈ ਚਾਹੇ ਬੜਾ ਹੈ, ਕਿਉਂਕਿ ਪਰਮੇਸ਼ਵਰ ਨੇ ਮੈਨੂੰ ਉਹਨਾਂ ਦੇ ਵਿੱਚ ਇੱਕ ਕਰਕੇ ਚੁਣਿਆ। ਔਰ ਉਸ ਤੋਂ ਬਾਅਦ ਅੱਗੇ ਕਹਿੰਦਾ ਹੈ ਹੇ ਪ੍ਰਭੂ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ, ਜੋ ਕਸੂਤਿਆਂ ਨੂੰ ਸਮਝਾਓ, ਕਮ ਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸੰਭਾਲੋ, ਸਭਨਾਂ ਨਾਲ ਧੀਰਜ ਧਰੋ। ਤੇ ਅਸੀਂ ਕਰ ਕੀ ਰਹੇ ਹਾਂ? ਸਾਡਾ ਪ੍ਰੇਮ ਕਿੱਥੇ ਹੈ? ਸਾਡਾ ਪ੍ਰੇਮ ਖਾਸ ਭਾਈ ਦੇ ਨਾਲ ਹੀ ਆ, ਉਹਦੇ ਨਾਲ ਹੀ ਸ਼ੇਅਰਿੰਗ ਕਰਦੇ ਆ, ਬਾਕੀਆਂ ਨਾਲ ਸ਼ੇਅਰਿੰਗ ਨਹੀਂ ਹੈ। ਅਸੀਂ
ਇੱਕ ਕਲੀਸਿਆ ਦੇ ਵਿੱਚ ਬੌਰਨ ਅਗੇਨ ਹੁੰਦੇ ਆ। ਬੌਰਨ ਅਗੇਨ ਦਾ ਮਤਲਬ ਪੈਦਾ ਹੁੰਦੇ ਆ। ਬਾਈਬਲ ਦੇ ਵਿੱਚ ਲਿਖਿਆ ਜਿਸ ਕਲੀਸਿਆ ਦੇ ਵਿੱਚ ਤੁਸੀਂ ਪੈਦਾ ਹੋਏ ਹੋ ਉਸ ਕਲੀਸਿਆ ਦੇ ਵਿੱਚ ਹੀ ਤੁਹਾਡਾ ਨਿਆਂ ਹੋਵੇਗਾ। ਤੁਹਾਡਾ ਨਿਆਂ ਮਤਲਬ ਕਿ ਤੁਸੀਂ ਕਿਸ ਤਰ੍ਹਾਂ ਉਹਨਾਂ ਨਾਲ ਭਰਪਣ ਦਾ ਪਿਆਰ ਕੀਤਾ ਹੈ, ਕਿਸ ਤਰ੍ਹਾਂ ਦੇ ਨਾਲ ਤੁਸੀਂ ਵਿਵਹਾਰ ਕੀਤਾ ਹੈ, ਕਿਸ ਤਰ੍ਹਾਂ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਆਪਣਾ ਨਜ਼ਰੀਆ ਰੱਖਿਆ ਹੈ, ਤੁਹਾਡਾ ਨਿਆਂ ਹੋਵੇਗਾ। ਬਚ ਨਹੀਂ ਸਕਦੇ ਮੇਰੇ ਪਿਆਰੇ ਅਸੀਸ। ਅਸੀਂ ਉਹਦੇ ਪ੍ਰਤੀ ਵਫਾਦਾਰ ਰਹਿਣਾ ਹੈ। ਬੌਰਨ ਅਗੇਨ ਕਲੀਸਿਆ, ਉਸ ਕਲੀਸਿਆ ਤੁਹਾਡੇ ਜੀਵਨ ਦੇ ਵਿੱਚ ਉਸ ਕਲੀਸਿਆ ਦੇ ਪ੍ਰਤੀ ਕੋਈ ਉਂਗਲ ਨਾ ਉਠਾਵੇ, ਇਹ ਹੋਣਾ ਚਾਹੀਦਾ। ਮੈਂ ਜਿਸ ਕਲੀਸਿਆ ਦੇ ਵਿੱਚੋਂ ਆਇਆ ਹਾਂ ਉਸ ਕਲੀਸਿਆ ਦੇ ਪ੍ਰਤੀ ਮੇਰਾ ਕੋਈ ਦੋਸ਼ਾਰੋਪਣ ਨਹੀਂ ਹੈ। ਮੈਂ ਉਸ ਕਲੀਸਿਆ ਦੇ ਪ੍ਰਤੀ ਆਪਣੇ ਆਪ ਨੂੰ ਉਸ ਦੀ ਤਾਰੀਫ ਕਰਦਾ ਹਾਂ, ਕਿਉਂਕਿ ਮੈਂ ਉੱਥੋਂ ਵਚਨ ਸਿੱਖਿਆ ਅਤੇ ਵਚਨ ਸਿੱਖ ਕੇ ਮੈਂ ਬਾਹਰ ਨਿਕਲਿਆ ਅਤੇ ਸੇਵਾ ਦੇ ਵਿੱਚ ਆਇਆ ਹਾਂ। ਮੈਂ ਉਸ ਕਲੀਸਿਆ ਨੂੰ ਧੋਖਾ ਨਹੀਂ ਦੇ ਸਕਦਾ, ਕਿਉਂਕਿ ਉਹ ਮੇਰੇ ਜੀਵਨ ਦੇ ਇੱਕ ਅੰਗ ਹੈ ਜਿਸ ਦੇ ਵਿੱਚੋਂ ਮੈਂ ਵਧਿਆ ਫੁੱਲਿਆ ਹਾਂ ਅਤੇ ਜਿੱਥੋਂ ਮੈਂ ਸੇਵਾ ਦੀ ਪ੍ਰੇਰਣਾ ਲੈ ਕੇ ਨਿਕਲਿਆ ਹਾਂ। ਅੱਜ ਵੀ ਮੈਂ ਇਸ ਜਗ੍ਹਾ ਦੇ ਉੱਤੇ ਸੇਵਾ ਕਰ ਰਿਹਾ ਔਰ ਮੈਂ ਲਾਲਚ ਦੀ ਸੇਵਾ ਨਹੀਂ ਕਰ ਰਿਹਾ ਔਰ ਮੈਂ ਕਿਸੇ ਦੇ ਪ੍ਰਤੀ ਬੁਰਾਈ ਦੀ ਸੇਵਾ ਨਹੀਂ ਕਰ ਰਿਹਾ। ਮੈਂ ਸੇਵਾ ਕਰ ਰਿਹਾ ਪ੍ਰਭੂ ਦੇ ਸਵਰਗ ਰਾਜ ਦੀ ਉન્નਤੀ ਦੇ ਲਈ, ਜਿਸ ਦੇ ਲਈ ਪ੍ਰਭੂ ਨੇ ਮੈਨੂੰ ਨਿਯੁਕਤ ਕੀਤਾ ਹੈ, ਚੁਣਿਆ ਹੈ। ਸਾਡੇ ਵਿੱਚ ਅਸੀਂ ਕੀ ਕੰਮ ਕਰ ਰਹੇ ਹਾਂ ਕਿ ਅਸੀਂ ਆਪਣੀ ਹੋਮ ਕਲੀਸਿਆ ਦੇ ਨਾਲ ਪ੍ਰੇਮ ਕਰ ਰਹੇ ਹਾਂ, ਉਹਦੇ ਨਾਲ ਵਾਰਤਾਲਾਪ ਕਰ ਰਹੇ ਹਾਂ, ਉਹਦੇ ਨਾਲ ਅਸੀਂ ਆਪਣੇ ਪਿਆਰ ਨੂੰ ਸਿੱਧ ਕਰ ਰਹੇ ਹਾਂ। ਮੈਂ ਸਮਝਦਾ ਹਾਂ ਜਦੋਂ ਇੱਕ ਮਾਂ ਦੇ ਕੋਲੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਬੱਚਾ ਜਦ ਤੱਕ ਆਪਣਾ ਬੜਾ ਨਹੀਂ ਹੁੰਦਾ ਤਾਂ ਉਹ ਮਾਂ ਉਸ ਦੀ ਪਰਵਰਿਸ਼ ਕਰਦੀ ਹੈ। ਜਦੋਂ ਬੜਾ ਹੋ ਜਾਂਦਾ ਹੈ, ਉਹ ਆਪਣੀ ਐਜੂਕੇਸ਼ਨ ਨੂੰ ਪੂਰਾ ਕਰ ਚੁੱਕਦਾ ਹੈ, ਤਦ ਉਹ ਆਪਣੇ ਜੀਵਨ ਦੇ ਵਿੱਚ ਜਿਸ ਜਗ੍ਹਾ ਦੇ ਉੱਤੇ ਉਸ ਨੂੰ ਬੁਲਾਇਆ ਗਿਆ ਉਸ ਜਗ੍ਹਾ ਦੇ ਉੱਤੇ ਜਾਂਦਾ ਹੈ ਅਤੇ ਉਹ ਆਪਣੀ ਉਸ ਮਾਤ ਕਲੀਸਿਆ ਦੇ ਲਈ ਆਦਰ ਦਾ ਪਾਤਰ ਬਣਦਾ ਹੈ, ਨਮੂਨਾ ਬਣਦਾ ਹੈ, ਨਾ ਕਿ ਨਿੰਦਾ ਦਾ ਕਾਰਨ ਬਣਦਾ ਹੈ। ਇਹ ਗੱਲ ਸਾਨੂੰ ਸਮਝਣੀ ਹੈ ਔਰ ਇਸ ਗੱਲ ਦਾ ਨਿਆਂ ਮਤਲਬ ਕਿ ਸਾਡੇ ਪ੍ਰੇਮ ਦਾ ਨਿਆਂ ਸਾਡੇ ਸਾਹਮਣੇ ਧਰਿਆ ਹੋਇਆ, ਅਸੀਂ ਬਚ ਨਹੀਂ ਸਕਦੇ। ਯਹੋਨਾ ਦੀ ਅੰਜੀਲ ਜਦੋਂ ਅਸੀਂ 13 ਅਧਿਆਇ ਉਸ ਦੀ 34-35 ਆਇਤ ਨੂੰ ਵੀ ਪੜ੍ਹਦੇ ਹਾਂ ਤਾਂ ਉਸ ਵਿੱਚ ਵੀ ਪਰਮੇਸ਼ਵਰ ਦਾ ਨਿਆਂ ਸਾਡੇ ਸਮਕਸ਼ ਲਿਖਿਆ ਹੋਇਆ ਹੈ। ਉਹ ਵੀ ਮੈਂ ਆਪ ਦੇ ਲਈ ਪੜ੍ਹ ਰਿਹਾ। ਇੱਥੇ 34-35 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਹਿੰਦਾ ਹੈ ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ, ਇੱਕ ਦੂਏ ਨਾਲ ਪਿਆਰ ਕਰੋ, ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸ ਤੋਂ ਸਭ ਜਾਣਨਗੇ ਭਾਈ ਤੁਸੀਂ ਮੇਰੇ ਚੇਲੇ ਹੋ। ਯੂ ਆਰ ਮਾਈ ਡਿਸਾਈਪਲ। ਦੋ ਜਗ੍ਹਾ ਗੱਲ ਹੋ ਗਈ ਹੈ ਬਾਈਬਲ ਦੇ ਵਿੱਚ ਸਾਫ਼, ਯਹੋਨਾ 8:31 ਦੇ ਵਿੱਚ, ਫਿਰ ਇੱਥੇ ਯਹੋਨਾ 13:35 ਦੇ ਵਿੱਚ ਵੀ ਇਹ ਕਹਿ ਰਿਹਾ ਜੇ ਅਸੀਂ ਪ੍ਰੇਮ ਨਹੀਂ ਕਰਦੇ ਹਾਂ ਤਾਂ ਅਸੀਂ ਮਸੀਹ ਦੇ ਚੇਲੇ ਨਹੀਂ ਹਾਂ। ਚੇਲੇ ਹੋਣ ਦੇ ਲਈ ਸਾਨੂੰ ਆਪੋ ਦੇ ਵਿੱਚ ਇੱਕ ਦੂਜੇ ਦੇ ਨਾਲ ਪਿਆਰ ਕਰਨਾ ਹੈ, ਨਿਸਵਾਰਥ ਪ੍ਰੇਮ ਜੋ ਮਸੀਹ ਯਸੂ ਨੇ ਕੈਲਵਰੀ ਕਰੂਸ ਦੇ ਉੱਤੇ ਮੇਰੇ ਪਾਪੀ ਨੂੰ ਬਚਾਉਣ ਦੇ ਲਈ ਕੀਤਾ। ਉਸਨੇ ਕਿਸੇ ਖਾਸ ਕੌਮ ਦੇ ਲਈ ਨਹੀਂ ਕੀਤਾ, ਉਸਨੇ ਕੋਈ ਖਾਸ ਕਾਸਟ ਦੇ ਲਈ ਨਹੀਂ ਕੀਤਾ, ਉਸਨੇ ਖਾਸ ਕਿਸੇ ਧਰਮ ਜਾਂ ਜਾਤੀ ਦੇ ਲਈ ਨਹੀਂ ਕੀਤਾ, ਉਸਨੇ ਸਰਵੱਤ ਮਨੁੱਖ ਜਾਤੀ ਦੇ ਪਾਪਾਂ ਨੂੰ ਬਚਾਉਣ ਦੇ ਲਈ ਕੀਤਾ, ਜਿਸ ਵਿੱਚ ਮੈਂ ਬਚਾਇਆ ਗਿਆ ਅਤੇ ਪ੍ਰਭੂ ਦੇ ਪ੍ਰੇਮ ਵਿੱਚ ਜਿੱਤਿਆ ਗਿਆ। ਅਤੇ ਉਹ ਜਿੱਤੇ ਹੋਏ ਪ੍ਰੇਮ ਨੂੰ ਮੈਂ ਜਦੋਂ ਦੂਸਰਿਆਂ ਨਾਲ ਵੰਡਦਾ ਹਾਂ ਤਾਂ ਮੈਂ ਮਸੀਹ ਯਸੂ ਦਾ ਚੇਲਾ ਪ੍ਰਗਟ ਹੁੰਦਾ ਹਾਂ। ਦੂਸਰਿਆਂ ਨਾਲ ਵੰਡਦਾ ਹਾਂ ਤਾਂ ਮੈਂ ਮਸੀਹ ਯਸੂ ਦਾ ਚੇਲਾ ਪ੍ਰਗਟ ਹੁੰਦਾ ਹਾਂ। ਜੇ ਮੈਂ ਇਹ ਪ੍ਰੇਮ ਨਹੀਂ ਪ੍ਰਗਟ ਕਰਦਾ, ਜੇ ਇਹ ਪ੍ਰੇਮ ਮੈਂ ਨਹੀਂ ਵੰਡਦਾ ਤਾਂ ਪਿਆਰੋ ਮੇਰੇ ਉੱਤੇ ਨਿਆਂ ਦੀ ਤਲਵਾਰ ਲਟਕੀ ਹੋਈ ਹੈ। ਜਦੋਂ ਮਸੀਹ ਯਸੂ ਆਏਗਾ ਤਾਂ ਮੇਰਾ ਇਸ ਨਿਆਂ ਦੇ, ਇਸ ਪਿਆਰ ਦੇ ਨਿਆਂ ਦੇ ਪ੍ਰਤੀ ਨਿਆਂ ਕਰੇਗਾ। ਬਾਈਬਲ ਦੇ ਵਿੱਚ ਇੱਕ ਹੋਰ ਵਚਨ ਮੈਂ ਪੜਾਂਗਾ, ਮਤੀ ਦੀ ਅੰਜੀਲ 5 ਅਧਿਆਏ, ਜਿੱਥੇ ਵਿਸ਼ਵਾਸੀਆਂ ਦੇ ਨਾਲ
ਚੇਲਿਆਂ ਨੂੰ ਪਹਾੜੀ ਉਪਦੇਸ਼ ਦਿੰਦੇ ਹੋਏ ਪ੍ਰਭੂ ਯਿਸੂ ਮਸੀਹ ਨੇ ਨਿਆਂ ਦੀ ਗੱਲ ਪ੍ਰਗਟ ਕੀਤੀ ਹੈ। ਕਹਿੰਦਾ ਹੈ, ਜੇ ਤੁਸੀਂ ਉਹਨਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ? ਭਲਾ ਮਸੂਲੀਏ ਵੀ ਇਹੋ ਨਹੀਂ ਕਰਦੇ? ਮੈਂ ਆਪਣਿਆਂ ਨਾਲ ਹੀ ਪਿਆਰ ਕਰਦਾ, ਜਿਹੜੇ ਮੇਰੇ ਆਪਣੇ ਆ, ਜਿਹੜੇ ਮੇਰੇ ਤੋਂ ਪੈਦਾ ਹੋਏ, ਮੈਂ ਉਹਨਾਂ ਨਾਲ, ਬਾਕੀਆਂ ਨਾਲ ਪਿਆਰ ਨਹੀਂ ਕਰਦਾ। ਤਾਂ ਬਾਈਬਲ ਦੱਸਦੀ ਹੈ ਤਾਂ ਤੁਸੀਂ ਕੀ ਕਰਦੇ ਹੋ? ਮਸੂਲੀਏ ਇਹਦਾ ਮਤਲਬ ਸੰਸਾਰ ਦੇ ਲੋਕ ਵੀ ਤਾਂ ਇਦਾਂ ਹੀ ਕਰਦੇ ਆ। ਫਿਰ ਜੇ ਸੰਸਾਰ ਦੇ ਲੋਕ ਇਦਾਂ ਕਰਦੇ ਆ, ਤੁਸੀਂ ਵੀ ਇਦਾਂ ਕਰਦੇ, ਫਿਰ ਤੁਹਾਡੇ ਵਿੱਚ ਕੀ ਫਰਕ ਹੈ? ਮਸੀਹ ਨੇ ਮੈਨੂੰ ਸਿਖਾਇਆ ਗੈਰਾਂ ਨਾਲ ਪਿਆਰ ਕਿਵੇਂ ਕਰਨਾ। ਅਸੀਂ ਗਾਣਾ ਵੀ ਗਾਉਂਦੇ ਹੁੰਦੇ, ਆਪਨੋਂ ਕੋ ਤੋ ਇਸ ਦੁਨੀਆ में सब प्यार करते हैं, गैरों को भी प्यार करना ਮਸੀਹਾ ਸਿਖਾਤੇ ਹੈ। ਜੇ ਅਸੀਂ ਗੈਰਾਂ ਨਾਲ ਪਿਆਰ ਕਰਦੇ ਹਾਂ, ਗੈਰਾਂ ਨੂੰ ਆਪਣੇ ਨਾਲ ਉਸ ਪ੍ਰੇਮ ਦੇ ਵਿੱਚ ਸ਼ਾਮਿਲ ਕਰਦੇ ਹਾਂ, ਤਾਂ ਅਸੀਂ ਮਸੀਹ ਯਿਸੂ ਦੇ ਚੇਲੇ ਹਾਂ। ਮੇਰਾ ਪ੍ਰਭੂ ਸਵਰਗ ਨੂੰ ਛੱਡ ਕੇ ਇਸ ਧਰਤੀ ਦੇ ਵਿੱਚ ਮੇਰੇ ਜਿਹੇ ਗੰਦੇ ਪਾਪੀ ਮਲਹਿੱਦੜ ਨਾਲ ਪਿਆਰ ਕੀਤਾ, ਤਾਂ ਉਹਨੇ ਮੈਨੂੰ ਦੱਸਿਆ ਮੈਨੂੰ ਗੈਰਾਂ ਨਾਲ, ਕਿਉਂਕਿ ਮੈਂ ਪਾਪ ਦੀ ਸੰਤਾਨ ਸਾਂ, ਮੇਰੇ ਨਾਲ ਉਹਨੇ ਪਿਆਰ ਕੀਤਾ, ਮੇਰੇ ਨਾਲ ਪਿਆਰ ਕਰਕੇ ਆਪਣੇ ਜੀਵਨ ਨੂੰ ਦੇ ਦਿੱਤਾ। ਜੇ ਅਸੀਂ ਆਪਣਿਆਂ ਨਾਲ ਹੀ ਪਿਆਰ ਕਰਦੇ ਹਾਂ, ਹਾਂਜੀ ਆਹ ਕੰਮ ਸਾਡੇ ਘਰ 'ਚ ਹੋਇਆ, ਆ ਜਾ ਪੁੱਤ ਤੂੰ ਘਰ ਨੂੰ ਆ ਜਾ, ਇਹ ਪ੍ਰੇਮ ਨਹੀਂ ਹੈ। ਇਹਦਾ ਮਤਲਬ ਤੁਸੀਂ ਉਸ ਪ੍ਰੇਮ ਨੂੰ ਦੂਰ ਕਰ ਰਹੇ ਹੋ, ਜਿਸ ਪ੍ਰੇਮ ਤੋਂ, ਜਿਸ ਤੁਖਮ ਤੋਂ ਤੁਸੀਂ ਪੈਦਾ ਹੋਏ ਹੋ। ਤੁਸੀਂ ਉਹਦਾ ਧੰਨਵਾਦ ਨਹੀਂ ਕਰ ਰਹੇ। ਅੱਜ ਲੋਕ ਡਿਗੇ ਕਿਉਂ ਪਏ? ਅੱਜ ਲੋਕ ਗਿਰੇ ਕਿਉਂ ਪਏ? ਇਸ ਲਈ ਗਿਰੇ ਪਏ ਕਿਉਂਕਿ ਪਰਮੇਸ਼ਰ ਦਾ ਜੋ ਪਿਆਰ ਕਰਨ ਦਾ ਨਜ਼ਰੀਆ ਹੈ, ਜੋ ਉਹ ਨਜ਼ਰੀਆ ਉਸਨੇ ਆਪਣੇ ਪੁੱਤਰ ਦੇ ਰਾਹੀਂ ਸਾਡੇ ਵਿੱਚ ਪ੍ਰਗਟ ਕੀਤਾ, ਉਹ ਅਸੀਂ ਕਰ ਨਹੀਂ ਰਹੇ। ਕਿਸ ਤਰ੍ਹਾਂ ਅਸੀਂ ਮਸੀਹ ਦੇ ਚੇਲੇ ਕਹਿਲਾਵਾਂਗੇ? ਜੇ ਅਸੀਂ ਸੱਚਮੁੱਚ ਮਸੀਹ ਦੇ ਚੇਲੇ ਹਾਂ ਤਾਂ ਅਸੀਂ ਨਿਸਵਾਰਥ ਇੱਕ ਦੂਜੇ ਦੇ ਨਾਲ ਪਿਆਰ ਕਰੀਏ। ਆਪਣੇ ਝੁੰਡ ਦੇ ਪ੍ਰਤੀ ਅਸੀਂ ਵਫਾਦਾਰ ਰਹੀਏ। ਜਿਸ ਕਲੀਸਿਆ ਦੇ ਵਿੱਚ ਅਸੀਂ ਪੈਦਾ ਹੋ ਕੇ ਨਿਕਲੇ ਹਾਂ, ਜਿਸ ਕਲੀਸਿਆ ਦੇ ਵਿੱਚ ਅਸੀਂ ਸੰਜੋਏ ਗਏ ਹਾਂ, ਉਸ ਦੇ ਵਿੱਚ ਭਰਾਪਣ ਦੇ ਪ੍ਰੇਮ ਨੂੰ ਆਪਣੇ ਵਿੱਚ ਪ੍ਰਗਟ ਕਰੀਏ। ਤਦ ਅਸੀਂ ਮਸੀਹ ਯਿਸੂ ਦੇ ਚੇਲੇ ਅਖਵਾਏ ਜਾਵਾਂਗੇ ਔਰ ਪਰਮੇਸ਼ਰ ਆਪਣੇ ਨਿਆਂ ਦੇ ਸਿੰਘਾਸਨ ਤੇ ਮਸੀਹ ਯਿਸੂ ਕਹੇਗਾ, ਐ ਮੇਰੇ ਵਿਸ਼ਵਾਸਯੋਗ ਚੇਲੇ, ਆ ਇਹ ਸਵਰਗ ਦਾ ਰਾਜ ਤੇਰਾ ਹੈ। ਕਿੰਨੀ ਖੁਸ਼ੀ ਦੀ ਗੱਲ ਹੋਵੇਗੀ ਜਦੋਂ ਮੇਰਾ ਮਸੀਹ ਮੈਨੂੰ ਇਸ ਤਰ੍ਹਾਂ ਬੁਲਾਵੇਗਾ। ਕਿ ਤੁਸੀਂ ਇਸ ਗੱਲ ਦੇ ਲਈ ਤਿਆਰ ਹੋ? ਜੇ ਨਹੀਂ ਤਾਂ ਤਿਆਰ ਹੋ ਜਾਓ, ਕਿਉਂਕਿ ਉਹ ਨਿਆਂ ਦਾ ਦਿਨ ਆ ਰਿਹਾ ਹੈ। ਅਸੀਂ ਉਸ ਗੱਲ ਦੇ ਲਈ ਤਿਆਰੀ ਦੇ ਵਿੱਚ ਵਫਾਦਾਰੀ ਨਾਲ ਪਾਏ ਜਾਈਏ ਔਰ ਪ੍ਰਭੂ ਦੇ ਕੋਲੋਂ ਪ੍ਰਤੀਫਲ ਪ੍ਰਾਪਤ ਕਰੀਏ। ਪ੍ਰਭੂ ਨੇ ਸਾਨੂੰ ਅੱਜ ਚੇਲਿਆਂ ਦੇ ਪ੍ਰੇਮ ਦਾ, ਭਾਈਆਂ ਦੇ ਪ੍ਰੇਮ ਦਾ, ਕਲੀਸਿਆ ਦੇ ਪ੍ਰੇਮ ਦੇ ਨਿਆਂ ਦੇ ਬਾਰੇ ਸਾਨੂੰ ਸਿੱਖਣ ਦੇ ਲਈ ਮਦਦ ਕੀਤੀ ਹੈ। ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਮੈਂ ਇੱਥੇ ਕਹਿ ਕੇ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਹਾਂ ਔਰ ਅਲਵਿਦਾ ਕਹਿੰਦਾ ਹਾਂ। ਕੱਲ ਅਸੀਂ ਉਸ ਗੱਲ ਦੇ ਲਈ ਮਿਲਾਂਗੇ, ਸਾਡੇ ਕੰਮ ਅਤੇ ਪਰਮੇਸ਼ਰ ਅਤੇ ਹੋਰਨਾਂ ਦੀ ਸੇਵਾ ਦੇ ਪ੍ਰਤੀ ਸਾਡਾ ਮਸੀਹ ਦੇ ਅੱਗੇ ਨਿਆਂ ਹੋਣਾ ਹੈ। ਉਸ ਦੇ ਪ੍ਰਤੀ ਅਸੀਂ ਕੱਲ ਆਪ ਦੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਪ੍ਰਭੂ ਸਾਨੂੰ ਆਪਣੀ ਕਿਰਪਾ ਦੇ ਨਾਲ ਸੰਭਾਲ ਕੇ ਰੱਖੇ। ਜੈ ਮਸੀਹ ਦੀ। ਮਾਰਾਨਾਥਾ।